ਨਾ ਇੱਧਰ ਨਾ ਉੱਧਰ ਦਰਮਿਆਨੇ ਜਿਹੇ ਐਵੇਂ ਜੀਵੀ ਗਏ ਬੇਧਿਆਨੇ ਜਿਹੇ। ਜਿਵੇਂ ਜ਼ਿੰਦਗੀ ਨੂੰ ਬੇਧਿਆਨੀ ਨਾਲ ਜੀ ਰਹੇ ਸੀ ਤਾਂ ਬੜੀ ਜ਼ਰੂਰਤ ਮਹਿਸੂਸ ਹੋਈ ਕਿ ਜ਼ਿੰਦਗੀ ਦਾ ਵੀ ਕਦੇ ਸਵਾਗਤ ਕਰਕੇ ਵੇਖੀਏ। ਇਹ ਪ੍ਰਾਹੁਣੀ ਪਤਾ ਨਹੀਂ 4 ਦਿਨ ਸਾਡੇ ਕੋਲ ਰਹਿਣੀ ਹੈ ਜਾਂ ਨਹੀਂ, ਕਿਉਂ ਨਾ ਜ਼ਿੰਦਗੀ ਦਾ ਸਵਾਗਤ ਕਰੀਏ ਤੇ ਉਹ ਵੀ ਇੱਕ ਵਿਸ਼ੇ ਵਜੋਂ ਪਾਠਕ੍ਰਮ ਦਾ ਹਿੱਸਾ ਬਣੇ। ਉਹ ਵਿਦਿਆਰਥੀ ਜਿਹੜੇ ਕਿ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਚੱਕਰ ਵਿੱਚ ਪੜ੍ਹਾਈ 'ਚ ਇੰਨਾ ਕੁ ਰੁੱਝ ਗਏ ਕਿ ਭੁੱਲ ਹੀ ਗਏ ਜਿਉਣਾ ਕਿਵੇਂ ਆ, ਤੇ ਉਹ ਲੋਕ ਜੋ ਜ਼ਿੰਦਗੀ ਤੋਂ ਟੁੱਟ ਹੀ ਚੁੱਕੇ ਸੀ, ਸਾਰਿਆਂ ਨੂੰ ਜੋੜਨ ਲਈ ਪੰਜਾਬ ਵਿੱਚ ਸ਼ੁਰੂ ਹੋਇਆ ਨਵਾਂ ਵਿਸ਼ਾ ਪ੍ਰੀ ਪ੍ਰਾਇਮਰੀ ਤੋਂ ਲੈ ਕੇ 12ਵੀਂ ਸ਼੍ਰੇਣੀ ਤੱਕ ਸਵਾਗਤ ਜ਼ਿੰਦਗੀ। ਇਸ ਵਿਸ਼ੇ ਦਾ ਨਿਵੇਕਲਾ ਜਿਹਾ ਸਿਲੇਬਸ ਭਾਵੇਂ ਪੰਜਾਬ ਸਕੂਲ ਬੋਰਡ ਦੀ ਸਾਈਟ ਤੇ ਵੀ ਪਿਆ ਹੈ ਤੇ ਸਾਨੂੰ ਇੱਕ ਲਿੰਕ ਤੋਂ ਬਹੁਤ ਸਾਰੀਆਂ ਇਸ ਦੀਆਂ ਕਿਤਾਬਾਂ ਵੀ ਮਿਲ ਸਕਦੀਆਂ ਹਨ, ਪਰ ਇਸ ਦੀ ਅਸਲ ਕਿਤਾਬ ਤਾਂ ਸਾਡੀ ਜ਼ਿੰਦਗੀ ਹੈ ਤੇ ਇਹ ਪ੍ਰਯੋਗੀ ਵਿਸ਼ਾ ਹੈ। ਪਰ ਘਬਰਾਉਣ ਦੀ ਲੋੜ ਨਹੀਂ, ਇਸ ਦੀ ਪ੍ਰਯੋਗਸ਼ਾਲਾ ਕੋਈ ਬੰਦ ਕਮਰਾ ਲੈਬੋਰੇਟਰੀ ਨਹੀਂ, ਬਲਕਿ ਸਾਡਾ ਜੀਵਨ ਤੇ ਸਾਡਾ ਸਮਾਜ ਹੀ ਹੈ ਇਸ ਦੀ ਪ੍ਰਯੋਗਸ਼ਾਲਾ, ਜਿੱਥੇ ਵਿਦਿਆਰਥੀ ਨੇ ਸੁਚੱਜਾ ਵਿਹਾਰ ਕਰਕੇ ਦਿਖਾਉਣਾ ਹੈ। ਕਿਉਂਕਿ ਇਸ ਦੇ ਸਿਲੇਬਸ ਵਿੱਚ ਇੱਕ ਪਾਸੇ ਚੰਗੇ ਗੁਣ ਜਿਵੇਂ ਸੱਚਾਈ, ਮਿਹਨਤ, ਇਮਾਨਦਾਰੀ, ਸਮੇਂ ਦੀ ਕਦਰ, ਵੱਡਿਆਂ ਦਾ ਸਤਿਕਾਰ ਆਦਿ ਸਿਖਾਏ ਜਾਣੇ ਹਨ, ਤੇ ਦੂਜੇ ਪਾਸੇ ਕੁਝ ਸਾਨੂੰ ਇਸ ਤਰ੍ਹਾਂ ਦੇ ਫੈਸਲੇ ਲੈਣ ਦੀ, ਸਮੱਸਿਆ ਦਾ ਹੱਲ ਲੱਭਣ ਦੀ, ਆਪਣੇ ਲਈ ਚੰਗਾ ਕੈਰੀਅਰ ਜਾਂ ਰੁਜ਼ਗਾਰ ਚੁਣਨ ਦੀ ਜਾਂਚ ਵੀ ਸਿਖਾਈ ਜਾਣੀ ਹੈ, ਜਿਸ ਨੂੰ ਕਿ ਅਸੀਂ ਜੀਵਨ ਹੁਨਰ ਕਹਿ ਸਕਦੇ ਹਾਂ। ਸਾਡੇ ਲਾਈਫ ਸਕਿੱਲਸ ਹਨ ਜੋ ਇਸ ਵਿਸ਼ੇ ਨੇ ਸਿਖਾ ਦੇਣੇ ਹਨ ਤੇ ਵਿਦਿਆਰਥੀਆਂ ਦੇ ਅੰਦਰ ਆਪਣੇ ਆਪ ਭਰੇ ਜਾਣੇ ਹਨ। ਆਓ ਜਾਣਦੇ ਹਾਂ ਕਿ ਇਸ ਵਿਸ਼ੇ ਲਈ ਕੀ ਕਰਨਾ ਹੈ। ਮੁਖੀ ਸਾਹਿਬ ਨੇ ਅਧਿਆਪਕ, ਵਿਦਿਆਰਥੀ ਅਤੇ ਮਾਪਿਆਂ ਦੀ ਕੀ ਭੂਮਿਕਾ ਹੋਵੇਗੀ ਤਾਂ ਕਿ ਇਹ ਵਿਸ਼ਾ ਸਾਡੇ ਬੱਚਿਆਂ ਨੂੰ ਹੀ ਨਹੀਂ ਬਲਕਿ ਪੂਰੇ ਸਮਾਜ ਨੂੰ ਚੰਗੀ ਸੇਧ ਦੇ ਸਕੇ। ਇਸ ਤੋਂ ਮਾਪਿਆਂ ਨੇ ਵੀ ਬਹੁਤ ਕੁਝ ਸਿੱਖਣਾ ਹੈ, ਅਧਿਆਪਕਾਂ ਨੇ ਵੀ, ਤੇ ਸਾਰੇ ਸਮਾਜ ਦੀ ਹੀ ਅਸੀਂ ਨਕਸ਼ ਨੁਹਾਰ ਬਦਲ ਦੇਣੀ ਹੈ, ਮੂੰਹ ਮੱਥਾ ਸਵਾਰ ਦੇਣਾ ਹੈ। ਸਕੂਲ ਮੁਖੀ ਨੇ ਪਹਿਲਾਂ ਤਾਂ ਉਸ ਅਧਿਆਪਕ ਦੀ ਚੋਣ ਕਰਨੀ ਹੈ ਜਿਸ ਨੂੰ ਸਕੂਲ ਦਾ ਨੋਡਲ ਆਫਿਸਰ ਬਣਾਇਆ ਜਾਏਗਾ ਸਵਾਗਤ ਜ਼ਿੰਦਗੀ ਵਿਸ਼ੇ ਲਈ। ਉਸ ਪਿੱਛੋਂ ਹਰ ਕਲਾਸ ਲਈ ਇਹ ਵਿਸ਼ਾ ਪੜ੍ਹਾਉਣ ਵਾਸਤੇ ਕਿਸੇ ਵਿਸ਼ਾ ਅਧਿਆਪਕ, ਜਮਾਤ ਇੰਚਾਰਜ ਜਾਂ ਕਿਸੇ ਵੀ ਅਧਿਆਪਕ ਦੀ ਜ਼ਿੰਮੇਵਾਰੀ ਨਿਰਧਾਰਿਤ ਕੀਤੀ ਜਾ ਸਕਦੀ ਹੈ। ਬਹੁਤ ਚੰਗਾ ਹੋਏਗਾ ਜੇ ਸਕੂਲ ਮੁਖੀ ਇਸ ਵਿੱਚ ਖੁਦ ਨਿੱਜੀ ਤੌਰ ਤੇ ਰੁਚੀ ਲੈ ਕੇ ਆਪਣੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਨਾਲ ਅਧਿਆਪਕਾਂ ਨੂੰ ਵੀ ਇਸ ਵਿਸ਼ੇ ਨੂੰ ਆਪਣੇ ਤੇ ਅਪਲਾਈ ਕਰਕੇ ਵੇਖਣ ਵਿੱਚ ਮਦਦ ਕਰਨ ਤੇ ਬਾਲਾ ਵਰਕ ਦੇ ਰਾਹੀਂ ਇਸ ਵਿਸ਼ੇ ਦੀਆਂ ਡਾਇਆਗ੍ਰਾਮਸ ਸਾਡੇ ਸਕੂਲਾਂ ਦੀਆਂ ਕੰਧਾਂ ਦੇ ਉੱਪਰ ਬਣ ਕੇ ਜਿੱਥੇ ਦੀਵਾਰਾਂ ਦਾ ਸ਼ਿੰਗਾਰ ਹੋਣਗੀਆਂ ਉੱਥੇ ਹੀ ਲੰਘਦੇ ਕਰਦੇ ਹਰ ਵਿਅਕਤੀ ਦੀ ਨਜ਼ਰ ਪਏਗੀ ਤੇ ਉਹ ਵੀ ਆਪਣੇ ਆਪ ਨੂੰ ਵੇਖੇਗਾ ਨੈਤਿਕ ਤੌਰ ਤੇ ਕਿੰਨਾ ਮਜ਼ਬੂਤ ਹੈ, ਕਿਵੇਂ ਆਪੋ ਆਪਣੇ ਵਿੱਚ ਸੁਧਾਰ ਲਿਆ ਸਕਦੇ ਹਾਂ। ਅਧਿਆਪਕ ਨੇ ਇਹ ਵਿਸ਼ਾ ਜਮਾਤ ਵਿੱਚ ਪੜ੍ਹਾਉਣਾ ਹੈ। ਵਿਦਿਆਰਥੀਆਂ ਦੀ ਹਰ ਚੈਪਟਰ ਤੋਂ ਬਾਅਦ ਜੋ ਇਹ ਵਰਕਬੁੱਕ ਹੋਏਗੀ ਉਸ ਉੱਪਰ ਟਿੱਪਣੀ ਪਾਉਣੀ ਹੈ ਵਿਦਿਆਰਥੀ ਦੇ ਵਿਹਾਰ ਨੂੰ ਵੇਖ ਕੇ ਕਿ ਕੀ ਉਸਨੇ ਇਸ ਵਿਸ਼ੇ ਦੇ ਪ੍ਰਯੋਗ ਜਾਂ ਪ੍ਰੈਕਟੀਕਲ ਰੂਪ ਦੇ ਵਿੱਚ ਆਪਣੇ ਆਪ ਨੂੰ ਕਿਸ ਪੱਧਰ ਤੱਕ ਸੁਧਾਰਿਆ ਹੈ। ਮੰਨ ਲਓ ਗੱਲ ਹੈ ਸਮਾਂ ਸਾਰਣੀ ਬਣਾਉਣ ਦੀ, ਤਾਂ ਕੀ ਵਿਦਿਆਰਥੀ ਨੇ ਸਮਾਂ ਸਾਰਣੀ ਬਣਾਈ ਹੈ? ਸੋ ਅਧਿਆਪਕ ਨੇ ਮਾਪਿਆਂ ਨਾਲ ਤਾਲਮੇਲ ਰੱਖਦਿਆਂ, ਸਾਥੀ ਵਿਦਿਆਰਥੀਆਂ ਤੋਂ ਪੁੱਛਦਿਆਂ ਹੋਇਆਂ ਹਰ ਵਿਦਿਆਰਥੀ ਦੀ ਸ਼ਖਸੀਅਤ ਬਾਰੇ ਟਿੱਪਣੀ ਕਰਨੀ ਹੈ, ਉਸ ਵਿੱਚ ਕਿੰਨਾ ਕੁ ਸੁਧਾਰ ਆਇਆ ਇਸ ਨੂੰ ਆਂਕਣਾ ਹੈ ਤੇ ਆਪਣੇ ਜੀਵਨ ਵਿੱਚ ਵੀ ਰੋਲ ਮਾਡਲ ਬਣ ਕੇ ਸੁਧਾਰ ਦਿਖਾਉਣਾ ਹੈ। ਬੱਚਿਓ, ਅਗਲੀ ਗੱਲ ਹੈ ਕਿ ਵਿਦਿਆਰਥੀ ਨੇ ਕੀ ਕਰਨਾ ਹੈ। ਸੋ ਹੁਣ ਗੱਲ ਆਉਂਦੀ ਹੈ ਤੁਹਾਡੇ ਤੇ, ਜਿਨ੍ਹਾਂ ਲਈ ਇਹ ਵਿਸ਼ਾ ਅਸਲ ਵਿੱਚ ਬਣਾਇਆ ਗਿਆ ਹੈ। ਤੁਸੀਂ ਇਸ ਵਿਸ਼ੇ ਨੂੰ ਸਿਰਫ ਪੜ੍ਹਨਾ ਹੀ ਨਹੀਂ ਬਲਕਿ ਇਸ ਦੇ ਪ੍ਰਯੋਗਾਂ ਨੂੰ ਆਪਣੀ ਜ਼ਿੰਦਗੀ 'ਚ ਇਸ ਤਰ੍ਹਾਂ ਢਾਲਣਾ ਹੈ, ਇੰਨੇ ਚੰਗੇ ਤਰੀਕੇ ਨਾਲ ਆਪਣੇ ਵਿੱਚ ਗੁਣ ਵਿਕਸਿਤ ਕਰਨੇ ਹਨ, ਚੰਗੀਆਂ ਆਦਤਾਂ ਸਿੱਖਣੀਆਂ ਹਨ, ਆਲੇ ਦੁਆਲੇ ਸਮਾਜ ਦੀ ਭਲਾਈ ਕਰਨੀ ਹੈ ਕਿ ਤੁਹਾਡੇ ਮਾਪੇ ਤਾਂ ਕੀ ਸਾਰਾ ਸਮਾਜ ਖੜ ਕੇ ਗਵਾਹੀ ਦੇਵੇ, ਤੁਹਾਡੀ ਤਾਰੀਫ ਕਰੇ, ਸ਼ਾਬਾਸ਼ ਕਰ ਦੇਵੇ ਤੇ ਸਭ ਨੂੰ ਪਤਾ ਲੱਗੇ ਕਿ ਵਿਦਿਆਰਥੀ ਨੇ ਸਵਾਗਤ ਜ਼ਿੰਦਗੀ ਵਿਸ਼ੇ ਨੂੰ ਸਿਰਫ ਪੜ੍ਹਿਆ ਹੀ ਨਹੀਂ ਬਲਕਿ ਜਿਉਂ ਕੇ ਦਿਖਾਇਆ ਹੈ। ਤੁਸੀਂ ਜੋ ਆਪਣੀ ਪ੍ਰੋਜੈਕਟ ਫਾਈਲ ਹੋਏਗੀ ਉਸ ਵਿੱਚ ਆਪਣੇ ਨੇਕ ਚੰਗੇ ਕੰਮਾਂ ਦਾ ਵੇਰਵਾ ਲਿਖਣਾ ਹੈ। ਤੁਸੀਂ ਵੈਸੇ ਤਾਂ ਬਹੁਤ ਚੰਗੇ ਕੰਮ ਕਰਦੇ ਹੋ, ਸਤਿਕਾਰ ਵੀ ਕਰਦੇ ਹੋ, ਕਿਸੇ ਦੀ ਸੇਵਾ ਵੀ ਕਰਦੇ ਹੋ,
ਇਨਸਾਨਾਂ ਦੀ, ਪਸ਼ੂ ਪੰਛੀਆਂ ਦੀ ਭਲਾਈ ਲਈ ਕੰਮ ਵੀ ਕਰਦੇ ਹੋ, ਪਰ ਹੁਣ ਤੁਸੀਂ ਉਹਨਾਂ ਨੂੰ ਆਪਣੀ ਫਾਈਲ ਦੇ ਵਿੱਚ ਨੋਟ ਵੀ ਕਰਨਾ ਹੈ ਤੇ ਚੰਗੀਆਂ ਆਦਤਾਂ ਪਾ ਕੇ ਵਧੀਆ ਅੰਕ ਲੈਣੇ ਹਨ ਤੇ ਨਾਲ ਹੀ ਬਣਨਾ ਹੈ ਬਿਹਤਰੀਨ ਇਨਸਾਨ। ਮਾਪਿਆਂ ਦਾ ਰੋਲ ਵੀ ਬਹੁਤ ਮਹੱਤਵਪੂਰਨ ਹੋਵੇਗਾ, ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਿਰਫ ਚੰਗੇ ਨੰਬਰ ਲੈਣ ਦੀ ਦੌੜ ਵਿੱਚ ਹੀ ਨਹੀਂ ਪਾਉਣਾ, ਬਲਕਿ ਉਹਨਾਂ ਨੂੰ ਜ਼ਿੰਦਗੀ ਦੇ ਸਹੀ ਅਰਥ ਵੀ ਸਮਝਾਉਣੇ ਹਨ, ਤਾਂ ਕਿ ਕੱਲ੍ਹ ਨੂੰ ਕਿਸੇ ਨੂੰ ਇਹ ਨਾ ਕਹਿਣਾ ਪਵੇ ਕਿ ਮੇਰੇ ਬੱਚੇ ਡਾਕਟਰ ਇੰਜੀਨੀਅਰ ਤਾਂ ਬਣ ਗਏ ਹਨ, ਪਰ ਚੰਗਾ ਇਨਸਾਨ ਕੋਈ ਵੀ ਨਹੀਂ ਬਣ ਸਕਿਆ। ਮਾਪੇ ਵੀ ਆਪਣੇ ਬੱਚਿਆਂ ਨੂੰ ਕਹਿਣ ਕਿ ਉਹ ਕਿਤਾਬ ਉਹਨਾਂ ਨੂੰ ਪੜ੍ਹ ਕੇ ਵੀ ਸੁਣਾਉਣ। ਤੁਸੀਂ ਆਪਣੇ ਬੱਚਿਆਂ ਦਾ ਵਿਹਾਰ ਨੋਟ ਕਰਨਾ ਹੈ, ਉਹਨਾਂ ਦੇ ਵਿਹਾਰ 'ਚ ਜੋ ਕਮੀਆਂ ਹਨ ਉਹ ਬੱਚਿਆਂ ਦੇ ਅਧਿਆਪਕਾਂ ਨਾਲ ਵੀ ਸਾਂਝੀਆਂ ਕਰੋ ਤੇ ਹਰ ਰੋਜ਼ ਬੱਚੇ ਦੀ ਤਰੱਕੀ ਵੇਖੋ, ਕਿਵੇਂ ਉਸਨੇ ਆਪਣੇ ਵਿੱਚ ਸੁਧਾਰ ਲਿਆਂਦਾ ਹੈ। ਸਮਾਂ ਸਾਰਣੀ ਜਾਂ ਟਾਈਮ ਟੇਬਲ ਕਿਵੇਂ ਬਣਾਈਏ ਸਵਾਗਤ ਜ਼ਿੰਦਗੀ ਦਾ। ਇਸ ਲਈ 6ਵੀਂ ਤੋਂ 8ਵੀਂ ਤੱਕ ਜੋ ਇੱਕ ਪੀਰੀਅਡ ਇਸ ਵਿਸ਼ੇ ਨੂੰ ਦਿੱਤਾ ਜਾਣਾ ਹੈ ਉਹ ਸਰੀਰਕ ਸਿੱਖਿਆ ਵਿਸ਼ੇ ਦੇ ਪੀਰੀਅਡਸ ਵਿੱਚੋਂ ਲਿਆ ਜਾਵੇਗਾ। 9ਵੀਂ 10ਵੀਂ ਦੇ ਵਿਗਿਆਨ ਦੇ 8 ਪੀਰੀਅਡਸ ਦੇ ਵਿੱਚੋਂ ਇੱਕ ਪੀਰੀਅਡ ਲੈ ਕੇ ਤੇ 11ਵੀਂ 12ਵੀਂ ਦੇ ਕੰਪਿਊਟਰ ਸਾਇੰਸ ਵਿਸ਼ੇ ਦੇ 5 ਪੀਰੀਅਡਸ ਦੇ ਵਿੱਚੋਂ ਇੱਕ ਪੀਰੀਅਡ ਲੈ ਕੇ ਸਵਾਗਤ ਜ਼ਿੰਦਗੀ ਦੇ ਖਾਤੇ ਪਾਇਆ ਜਾਏਗਾ। ਸਵਾਗਤ ਜ਼ਿੰਦਗੀ ਵਿਸ਼ੇ ਦਾ ਪਰਚਾ ਕੁੱਲ 100 ਅੰਕ ਦਾ ਹੋਏਗਾ, ਜਿਸ ਵਿੱਚੋਂ 50 ਅੰਕ ਲਿਖਤੀ ਅਤੇ 50 ਅੰਕ ਪ੍ਰੈਕਟੀਕਲ ਭਾਵ ਪ੍ਰਯੋਗਿਕ ਰੂਪ ਦੇ ਹੋਣਗੇ। ਵਿਦਿਆਰਥੀ ਵੱਲੋਂ ਇਸ ਲਈ ਆਪਣੀ ਕੋਈ ਚੰਗੇ ਕੰਮਾਂ ਦੀ ਫਾਈਲ ਤਿਆਰ ਕੀਤੀ ਜਾਏਗੀ। ਕੁਝ ਮੌਕੇ ਦਿੱਤੇ ਜਾ ਸਕਦੇ ਹਨ ਪ੍ਰੈਕਟੀਕਲ ਵਿੱਚ ਕਿ ਕਿਸ ਸਥਿਤੀ ਵਿੱਚ ਵਿਦਿਆਰਥੀ ਦਾ ਕਿਹੋ ਜਿਹਾ ਵਿਹਾਰ ਹੁੰਦਾ ਹੈ। ਕੋਈ ਸਮੱਸਿਆ ਦੇ ਕੇ ਉਸ ਦਾ ਹੱਲ ਲੱਭਣ ਲਈ ਕਿਹਾ ਜਾ ਸਕਦਾ ਹੈ। ਵਿਦਿਆਰਥੀ ਨੇ ਸਾਰਾ ਸਾਲ ਕਿਸ ਤਰ੍ਹਾਂ ਨਾਲ ਚੰਗੇ ਕਾਰਜ ਕੀਤੇ, ਆਪਣੇ ਸੁਭਾਅ ਵਿੱਚ ਸੁਧਾਰ ਲਿਆਂਦਾ, ਕਿਸੇ ਦੀ ਸੇਵਾ ਕੀਤੀ, ਇਹਨਾਂ ਸਾਰਿਆਂ ਦਾ ਅੰਕਲਨ ਕਰਦਿਆਂ ਹੋਇਆਂ ਵਿਦਿਆਰਥੀ ਨੂੰ ਇਸ ਵਿਸ਼ੇ ਵਿੱਚੋਂ ਖੁੱਲ੍ਹੇ ਅੰਕ ਦੇ ਕੇ ਉਤਸ਼ਾਹਿਤ ਕੀਤਾ ਜਾਏਗਾ। ਉਦਾਹਰਨ ਵਜੋਂ ਇੱਕ ਸਥਿਤੀ ਦਿੱਤੀ ਜਾਵੇ ਕਿ ਅਗਰ ਉਸਦੇ ਸਾਥੀ ਅਗਲੇ ਦਿਨ ਕਿਸੇ ਔਖੇ ਵਿਸ਼ੇ ਦਾ ਪੇਪਰ ਵੇਖ ਕੇ ਡਰ ਦੇ ਮਾਰੇ ਛੁੱਟੀ ਕਰਨਾ ਚਾਹੁੰਦੇ ਹਨ, ਤਾਂ ਉਹ ਬੱਚਾ ਕੀ ਕਰੇਗਾ? ਉਹਨਾਂ ਦੇ ਨਾਲ ਰਲ ਕੇ ਛੁੱਟੀ ਕਰੇਗਾ ਜਾਂ ਆਪ ਪੇਪਰ ਦੇਵੇਗਾ ਜਾਂ ਕੁਝ ਹੋਰ ਬਿਹਤਰ ਕਰੇਗਾ। ਸੋ ਇੱਥੇ ਉਤਸ਼ਾਹਿਤ ਕੀਤਾ ਜਾਵੇ ਉਸ ਰਿਸਪੌਂਸ ਨੂੰ। ਅਗਰ ਬੱਚਾ ਕੁਝ ਇਸ ਤਰ੍ਹਾਂ ਕਰੇ ਕਿ ਆਪਣੇ ਸਾਥੀਆਂ ਨੂੰ ਵੀ ਸਮਝਾਵੇ ਕਿ ਉਹ ਵੀ ਪੇਪਰ ਦੇਣ, ਆਪ ਵੀ ਪੇਪਰ ਦੇਵੇ, ਉਹਨਾਂ ਦੀ ਪੜ੍ਹਾਈ ਵਿੱਚ ਮਦਦ ਵੀ ਕਰੇ ਤੇ ਅਧਿਆਪਕ ਨੂੰ ਵੀ ਜਾ ਕੇ ਦੱਸੇ ਕਿ ਵਿਦਿਆਰਥੀ ਕਿਉਂ ਪੇਪਰ ਨਹੀਂ ਦੇਣਾ ਚਾਹੁੰਦੇ। ਇਸ ਤਰ੍ਹਾਂ ਬੱਚੇ ਨੂੰ ਚੰਗੀਆਂ ਆਦਤਾਂ ਤੇ ਮੁਸ਼ਕਿਲਾਂ ਦਾ ਚੰਗੇ ਤਰੀਕੇ ਨਾਲ ਹੱਲ ਕਰਨਾ ਸਿਖਾਇਆ ਜਾਣਾ ਚਾਹੀਦਾ ਹੈ। ਬੱਚਿਓ, ਜੇ ਗੱਲ ਕਰੀਏ ਕਿ ਇਸ ਵਿਸ਼ੇ 'ਚੋਂ ਵੱਧ ਅੰਕ ਕਿਵੇਂ ਲੈ ਸਕਦੇ ਹਾਂ, ਤਾਂ ਉਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਚੰਗੀ ਤਰ੍ਹਾਂ ਇਸ ਦੀ ਤਿਆਰੀ ਕਰੋ, ਇਸ ਨੂੰ ਸਮਝੋ, ਇਸ ਨੂੰ ਕੋਈ ਰੱਟਾ ਨਹੀਂ ਲਗਾਉਣਾ, ਬਲਕਿ ਜ਼ਿੰਦਗੀ 'ਚ ਅਪਣਾ ਕੇ ਦੇਖਣਾ ਹੈ। ਜਿਵੇਂ ਤੁਸੀਂ ਹੁਣ ਤੱਕ ਦੂਸਰਿਆਂ ਦੇ ਪਾਤਰ ਚਿੱਤਰਣ ਕਰਦੇ ਆਏ ਹੋ, ਹੁਣ ਤੁਸੀਂ ਆਪਣਾ ਪਾਤਰ ਚਿੱਤਰਣ ਆਪ ਕਰਨਾ ਹੈ। ਆਪਣੀਆਂ ਆਦਤਾਂ ਬਾਰੇ, ਸੁਭਾਅ ਬਾਰੇ ਆਪ ਜਾਣਨਾ ਹੈ, ਉਸ ਵਿੱਚ ਸੁਧਾਰ ਲਿਆਉਣਾ ਹੈ, ਕਿਉਂਕਿ ਦੂਸਰਿਆਂ ਨੂੰ ਸੁਧਾਰਨਾ ਸੌਖਾ ਹੈ, ਪਰ ਆਪਣੇ ਆਪ ਨੂੰ ਸੁਧਾਰਨ ਦਾ ਕੰਮ ਅਸੀਂ ਆਪ ਤੇ ਸਿਰਫ ਆਪ ਹੀ ਕਰ ਸਕਦੇ ਹਾਂ। ਚੰਗੇ ਕੰਮ ਕਰੋ ਤੇ ਉਹਨਾਂ ਨੂੰ ਨੋਟ ਵੀ ਕਰੋ। ਤਾਂ ਹੀ ਕਿਹਾ ਜਾਂਦਾ ਹੈ, नेकियां करके जो कभी डाली थी समंदर में, वही काम आएंगी तूफान में कश्तियां बनके।